सत श्री अकाल जी, मैं नवदीप धालीवाल ते तुसीं वेख रहे हो स्पैशल रिपोर्ट। पिछले 7.5 साल तो जिस केस ते पूरे देश ਦੀਆਂ ਨਜ਼ਰਾਂ ਸਨ, ਮਾਪੇ ਧੀ ਦਾ ਦੁੱਖ ਮਨ ਦੇ ਵਿੱਚ ਰੱਖ ਕੇ ਕੋਰਟ ਕਚਹਿਰੀਆਂ ਦੇ ਚੱਕਰ ਲਾ ਰਹੇ ਸਨ। ਉਹਨਾਂ ਮਾਪਿਆਂ ਤੇ ਵਕੀਲਾਂ ਦੀ ਮਿਹਨਤ ਨੂੰ ਆਖਿਰਕਾਰ ਉਸ ਵਕਤ ਬੂਰ ਪੈ ਹੀ ਗਿਆ ਜਦੋਂ ਨਿਰਭਇਆ ਦੇ 4 ਦੋਸ਼ੀਆਂ ਨੂੰ ਸਵੇਰੇ 5:30 ਵਜੇ ਤਿਹਾੜ ਜੇਲ੍ਹ ਦੇ ਵਿੱਚ फांसी दे दी गई। इस मामले ते पेश है साडी खास रिपोर्ट। 16 दसंबर 2012 की वो काली रात दिल्ली के वसंत विहार खेतर दे विच 23 साला पैरामैडिकल दी विद्यार्थन निर्भया जिस दे नाल 6 दरिंदियां वल्लों चलदी बस दे विच जबर जनाह कीता गया। जद फिर भी उन्हां दा मन नहीं भरिया तां उसनूं सरीरक तसीहे भी दिते गए। आखिर जख्मां दी ताब ना चलदियां 29 दसंबर ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਨਿਰਭਇਆ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਹੁਣ ਤਕਰੀਬਨ 7 ਸਾਲ 3 ਮਹੀਨੇ 4 ਦਿਨਾਂ ਬਾਅਦ ਨਿਰਭਇਆ ਨੂੰ ਆਖਿਰਕਾਰ 20 ਮਾਰਚ ਨੂੰ ਨਿਆਂ ਮਿਲ ਹੀ ਗਿਆ। ਪਰ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਘਟਨਾ ਦੇ 2 ਦਿਨਾਂ ਬਾਅਦ ਹੀ 6 ਵਿੱਚੋਂ 4 ਦੋਸ਼ੀਆਂ ਰਾਮ ਸਿੰਘ, ਮੁਕੇਸ਼, ਵਿਨੇ ਸ਼ਰਮਾ ਤੇ ਪਵਨ ਗੁਪਤਾ ਨੂੰ गिरफ्तार कर लिया गया सी। 21 दसंबर 2012 ਨੂੰ पुलिस ने 5वें दोषी ਜਿਹੜਾ ਨਾਬਾਲਗ ਸੀ ਉਸ ਨੂੰ ਦਿੱਲੀ ਤੋਂ ਤੇ 6ਵੇਂ ਦੋਸ਼ੀ ਅਕਸ਼ੇ ਕੁਮਾਰ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਕੇਸ ਨੂੰ ਲੈ ਕੇ ਫਾਸਟ ਟਰੈਕ ਕੋਰਟ ਬਣਾਈ ਗਈ। ਸਾਕੇਤ ਦੀ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਮਾਮਲਾ ਸੁਣਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 80 ਲੋਕਾਂ ਨੂੰ ਗਵਾਹ ਬਣਾਇਆ। ਇਸ ਦੌਰਾਨ 11 ਮਾਰਚ 2013 ਨੂੰ ਦੋਸ਼ੀ ਬੱਸ ਚਾਲਕ ਰਾਮ ਸਿੰਘ ਨੇ ਤਿਹਾੜ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਲਈ। ਅਦਾਲਤ ਵੱਲੋਂ 4 ਬਾਲਗ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਦਕਿ ਇੱਕ ਦੋਸ਼ੀ ਨੂੰ ਸਕੂਲ ਪ੍ਰਮਾਣ ਪੱਤਰ ਦੇ ਆਧਾਰ ਤੇ ਨਾਬਾਲਗ ਮੰਨਦੇ ਹੋਏ 3 ਸਾਲ ਬਾਲ ਸੁਧਾਰ ਗ੍ਰਹਿ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਵੀ ਦੋਸ਼ੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਤੇ ਮੋਹਰ ਲੱਗੀ। ਇਸ ਤੋਂ ਬਾਅਦ ਵੀ ਕਾਫੀ ਕਾਨੂੰਨੀ ਪ੍ਰਕਿਰਿਆ ਹੋਣ ਦੇ ਚਲਦਿਆਂ ਇਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਣ ਦੇ ਵਿੱਚ 7 ਸਾਲ ਤੋਂ ਵੱਧ ਦਾ ਸਮਾਂ ਲੱਗ ਹੀ ਗਿਆ। ਇਸੇ ਦੌਰਾਨ ਦੋਸ਼ੀਆਂ ਦੇ ਵਕੀਲ ਦਾ ਆਖਿਰ ਕੀ ਬਿਆਨ ਆਉਂਦਾ ਹੈ, ਪਹਿਲਾਂ ਉਹ ਸੁਣੋ। एक माह के लिए आप यहाँ लगातार 7.25 साल से नाचते घूम रहे हो, दौड़ते घूम रहे हो, रात दिन लगाते घूम रहे हो, चौखड़ी बनाए घूम रहे हो एक माह के लिए। और ये माँ नहीं है क्या? इस माँ ये मजलूम नहीं है, ये बच्चा मजलूम नहीं। क्या 8 साल से कम उम्र का कोई इस केस में विक्टिम है? 8 साल से कम उम्र का कोई विक्टिम है? नहीं, चोर की माँ को पकड़ो। हाँ, चोर की माँ को पकड़ो तो फिर तो जड़ पर हमला होना फिर तो उस कारण पे जाओ कि रात के 12:30 बजे तक क्यों नहीं पता था कि हमारी बेटी कहाँ है। फिर उस माँ पे जाओ, वो चोर की माँ को पकड़ेंगे आप कि 12:30 बजे तक यही पता नहीं था कहाँ है बेटी, किसके साथ है, किस हालात में, कैसी। ये बातें छोड़ दीजिए आप, बहुत बातें बढ़ेंगी, बहुत बातें फिर दूर तक जाएंगी। ਤੁਸੀਂ ਵੇਖਿਆ ਕਿ ਏਪੀ ਸਿੰਘ ਵੱਲੋਂ ਕੀਤੀ ਗਈ ਆਪੱਤੀਜਨਕ ਟਿੱਪਣੀ ਤੇ ਲੋਕਾਂ ਵੱਲੋਂ ਤੇ ਵਕੀਲਾਂ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਦੋਸ਼ੀਆਂ ਦੇ ਵਕੀਲ ਵੱਲੋਂ ਬੇਹੱਦ ਬਚਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। 4 ਵਾਰ ਡੈਥ ਵਾਰੰਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਚਾਅ ਨਾ ਹੋ ਸਕਿਆ ਕਿਉਂਕਿ ਬੁਰਾ ਕਰਨ ਵਾਲਾ ਆਪ ਜ਼ਰੂਰ ਮਰਦਾ ਹੈ। ਗੱਲ ਕਰ ਰਹੇ ਹਾਂ ਅੱਜ ਦੇ ਦਿਨ ਯਾਨੀ ਕਿ 20 ਮਾਰਚ ਦੀ ਦਿੱਲੀ ਦੀ ਤਿਹਾੜ ਜੇਲ੍ਹ ਦੀ। ਦਿੱਲੀ ਦੀ ਤਿਹਾੜ ਜੇਲ੍ਹ ਦੀ ਘੜੀ ਤੇ 5:30 ਹੋਏ। ਨਿਰਭਇਆ ਦੇ 4 ਦੋਸ਼ੀਆਂ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੇ ਸ਼ਰਮਾ ਤੇ ਅਕਸ਼ੇ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਗਿਆ। ਫਾਂਸੀ ਦੀ ਖਬਰ ਮਿਲਦਿਆਂ ਹੀ ਜੇਲ੍ਹ ਦੇ ਬਾਹਰ ਲੋਕਾਂ ਨੇ ਤਾੜੀਆਂ ਮਾਰੀਆਂ, ਨਿਰਭਇਆ ਜਿੰਦਾਬਾਦ ਦੇ ਨਾਰੇ ਲੱਗੇ। ਅੱਜ ਨਿਰਭਇਆ ਦੇ ਮਾਪਿਆਂ ਦਾ ਸੰਘਰਸ਼ ਖਤਮ ਹੋ ਗਿਆ। ਦੇਸ਼ ਦੀਆਂ ਧੀਆਂ ਦੇ ਲਈ ਇਨਸਾਫ ਦੀ ਉਮੀਦ ਜਾ ਗਈ। ਜਾਣਕਾਰੀ ਮੁਤਾਬਿਕ 4 ਦੋਸ਼ੀਆਂ ਨੂੰ ਸਵੇਰੇ 3:30 ਵਜੇ ਇਸ਼ਨਾਨ ਕਰਵਾਇਆ ਗਿਆ। ਉਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਸਾਰਿਆਂ ਦਾ ਮੈਡੀਕਲ ਟੈਸਟ ਕੀਤਾ। ਸਾਰੇ ਦੋਸ਼ੀ ਮੈਡੀਕਲ ਟੈਸਟ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਪਾਏ ਗਏ। ਇਸ ਤੋਂ ਬਾਅਦ 4 ਦੋਸ਼ੀਆਂ ਨੂੰ ਫਾਂਸੀ ਦੇ ਲਈ ਤਿਆਰ ਕੀਤਾ ਗਿਆ। ਕਾਲੇ ਰੰਗ ਦੇ ਕੱਪੜੇ ਪਵਾਏ ਗਏ। ਸਵੇਰੇ 5 ਵਜੇ 4 ਦੋਸ਼ੀਆਂ ਦੇ ਹੱਥ ਬੰਨੇ ਗਏ ਤੇ ਫਿਰ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਲਿਆਂਦਾ ਗਿਆ। ਇਸ ਦੌਰਾਨ 2 ਦੋਸ਼ੀ ਹੱਥ ਬੰਨਣ ਦੇ ਲਈ ਤਿਆਰ ਨਹੀਂ ਸਨ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਦੇ ਦੌਰਾਨ ਇੱਕ ਦੋਸ਼ੀ ਤਾਂ ਉੱਚੀ ਚੀਕਾਂ ਮਾਰ ਰੋਣ ਵੀ ਲੱਗ ਗਿਆ ਤੇ ਜ਼ਮੀਨ ਤੇ ਲਿਟਣ ਲੱਗ ਗਿਆ। ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਚੱਕਿਆ ਤੇ ਫਿਰ ਉਸ ਦੇ ਹੱਥ ਬੰਨੇ। ਫਾਂਸੀ ਘਰ ਦੇ ਵਿੱਚ ਲਿਆਉਣ ਤੋਂ ਬਾਅਦ ਅਦਾਲਤ ਵੱਲੋਂ ਜਾਰੀ ਡੈਥ ਵਾਰੰਟ ਸਾਰੇ ਦੋਸ਼ੀਆਂ ਨੂੰ ਸੁਣਾਇਆ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਕਿਸ ਜੁਰਮ ਦੇ ਵਿੱਚ ਫਾਂਸੀ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਦੋਸ਼ੀਆਂ ਨੂੰ ਉਹਨਾਂ ਦੀ ਆਖਰੀ ਇੱਛਾ ਵੀ ਪੁੱਛੀ ਗਈ। ਇਸ ਤੋਂ ਬਾਅਦ ਚਾਰੇ ਦੋਸ਼ੀਆਂ ਦੇ ਗਲਿਆਂ ਦੇ ਵਿੱਚ ਕਾਲਾ ਕਪੜਾ ਪਾ ਦਿੱਤਾ ਗਿਆ ਤੇ ਫਿਰ ਚਾਰੇ ਦੋਸ਼ੀਆਂ ਨੂੰ ਫਾਂਸੀ ਦੇ ਤਖਤੇ ਤੇ ਲਿਜਾਇਆ ਗਿਆ। ਇਸ ਤੋਂ ਬਾਅਦ ਹਰੇਕ ਦੇ ਪੈਰ ਬੰਨੇ ਗਏ। ਜੇਲ੍ਹ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਫਾਂਸੀ ਦੇਣ ਵਾਲੇ ਮੇਰਠ ਦੇ ਜੱਲਾਦ ਪਵਨ ਨੇ ਸਾਰਿਆਂ ਦੇ ਗਲੇ ਦੇ ਵਿੱਚ ਫੰਦਾ ਪਾ ਦਿੱਤਾ। ਠੀਕ 5:30 ਵਜੇ ਲੀਵਰ ਖਿੱਚ ਦਿੱਤਾ ਗਿਆ ਤੇ ਚਾਰੇ ਦੋਸ਼ੀਆਂ ਨੂੰ ਫਾਹੇ ਤੇ ਟੰਗ ਦਿੱਤਾ ਗਿਆ। ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਤੋਂ ਬਾਅਦ ਨਿਰਭਇਆ ਦੀ ਮਾਂ ਆਸ਼ਾ ਦੇਵੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੇ ਵਿੱਚ ਦੇਰ ਹੋ ਗਈ। ਕੋਰਟ ਵਿੱਚ ਲੰਮੀ ਲੜਾਈ ਚੱਲੀ ਪਰ ਦੇਰ ਨਾਲ ਹੀ ਸਹੀ ਅੱਜ ਇਨਸਾਫ ਤਾਂ ਮਿਲਿਆ। ਅੱਜ ਉਹਨਾਂ ਦੀ ਬੇਟੀ ਨੂੰ ਆਖਿਰਕਾਰ ਇਨਸਾਫ ਮਿਲ ਹੀ ਗਿਆ ਤੇ ਨਾਲ ਹੀ ਨਿਰਭਇਆ ਦੇ ਪਿਤਾ ਨੇ ਕਿਹਾ ਜੁਡੀਸ਼ਰੀ ਨੇ ਅੱਜ ਸਾਬਿਤ ਕੀਤਾ ਕਿ ਜੇ ਔਰਤਾਂ ਤੇ ਜ਼ੁਲਮ ਹੋਵੇਗਾ ਤਾਂ ਉਸ ਦੇ सख्त तो सख्त सजा भी मिलेगी। देखिए फाइनली उनको फांसी पे लटका दिया गया है। ये आज 7 साल का संघर्ष था। आज का दिन 20 मार्च है। आज का दिन हमारी बच्चियों के नाम, हमारी महिलाओं के नाम, क्योंकि आज का दिन निर्भया को इंसाफ मिला, पूरे देश के बच्चियों को इंसाफ मिला। मैं सभी लोगों को बहुत बहुत धन्यवाद देती हूँ। खासकर अब देर से ही सही इंसाफ मिला। मैं अपने जुडिशरी को, अपने न्याय व्यवस्था को, अपने राष्ट्रपति महामहिम को, अपने सरकारों को बहुत बहुत धन्यवाद देती हूँ कि जिस तरह से निर्भया के केस में डिले टैक्टिक्स अपनाई गई, एक एक करके पटिशन डाली गई, लेकिन जिस तरह से पटिशन डाली गई उसी तरह से हमारी अदालतों ने सक्रिय होकर एक एक पटिशन को खारिज किया। फाइनली आज हम उस मुकाम पे पहुँचे, उनको फांसी दी गई, निर्भया को इंसाफ मिला। निर्भया के लिए दिन ही नहीं बल्कि पूरे देश की महिलाओं का दिन है, न्याय का दिन है, सुरक्षा का दिन है, बहुत बड़ा दिन है। इस दिन को हम कितने भी व्याख्या कर लें कम पड़ जाएगा। क्यों कि आप जहाँ से भी आपको खबर मिलती होगी हर जगह से एक ही होगा कि निर्भया को आज न्याय मिल गया, हम खुश हैं। सभी लोग इस बात को कहेंगे। बहुत कम ऐसे लोग होंगे जो इनको फांसी होने से दुखी होंगे, वो भी उनके माँ बाप होंगे, उनके वकील होंगे। इस मौके ते निर्भया दी वकील सीमा कुशवाहा ने अखां भर के कहा कि खुशी दी गल शायद ज्यादा तां होंदी जे असीं निर्भया नूं उस वक्त बचा पाउंदे। खुशी की बात शायद तब ज्यादा होती जब हम निर्भया को बचा पाते। हम उनको बचा नहीं पाए। देश का लॉ एंड ऑर्डर पूरी तरीके से, देश की राजधानी में क्राइम हुआ था, लॉ एंड ऑर्डर पूरी तरीके से फेल था। लेकिन आज संतुष्टि इस बात की है कि एट लीस्ट निर्भया को जस्टिस मिला, उस चीज की संतुष्टि है। लेकिन एक और बात मैं कहूंगी कि देश की और भी बेटियां जिनके साथ निर्भया जैसा हीनियस क्राइम हुआ है वो भी अभी इंतजार कर रही हैं। तो जो भी मीडिया हाउसेज है उनकी ये जिम्मेदारी बनती है कि जस्टिस हर किसी को मिले, वहां तक पहुंचे, उन केसेस को उठाएं और जो भी सिस्टम है वो सबके लिए अवेलेबल हो। जी एपी सिंह जी के बारे में क्या कहेंगी? एपी सिंह के बारे में मैं एक ही बात कहूंगी कि इस तरीके के जो लॉयर हैं उनके इस तरीके का व्यक्तित्व जो है, उनका माइंड सेट है, ये कहीं से भी इस प्रोफेशन में एक्सेप्टेबल नहीं है। इसीलिए कोर्ट ने भी उनके अगेंस्ट एक एक्शन लेने के लिए दिल्ली बार काउंसिल को बोला था। निर्भया केस ਦੇ ਵਿੱਚ ਅੱਜ ਦੋਸ਼ੀਆਂ ਨੂੰ ਫਾਂਸੀ ਹੋਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਿਰਭਇਆ ਨੂੰ ਇਨਸਾਫ ਮਿਲਣ ਦੇ ਵਿੱਚ 7 ਸਾਲ ਲੱਗੇ। ਅੱਜ ਲੋਕਾਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੇ ਆਖਰੀ ਵਕਤ ਤੱਕ किस तरह कानून के नाल खिलवाड़ किया। साडे सिस्टम दे विच बहुत खामियां ने जिन्हां नूं ठीक करन दी ज़रूरत है। आज से 7 साल पहले लगभग कुछ दरिंदों ने निर्भया को वहशियाना तरीके से पहले उसकी इज्जत लूटी और उसके बाद उसका कत्ल कर दिया।
पिछले 7 साल से पूरा देश इसके खिलाफ न्याय की उम्मीद किए बैठा था। आज उनके निर्भया के दोषियों को फांसी हुई है। 7 साल लग गए इसमें, तो मुझे लगता है कि आज वो दिन है जब हम सब लोगों को मिलकर संकल्प करने की ज़रूरत है कि दूसरी निर्भया अब नहीं होनी चाहिए। हमने ये भी देखा कि पिछले कुछ महीनों से किस तरह से फांसी की सज़ा मिलने के बाद भी पूरे सिस्टम को इन लोगों ने किस तरह से मैनिपुलेट किया और हर बार फांसी की डेट मिलती थी और फांसी पोस्टपोन हो जाती थी। हमारे सिस्टम के अंदर बहुत सारी कमियां हैं जो कि गलत काम करने वालों को प्रोत्साहन देती हैं कि जो मर्जी करो कुछ नहीं होगा और केस लटकते रहेंगे, चलते रहेंगे। तो मुझे लगता है कि आज का दिन है जब हम सब लोगों को मिलकर संकल्प लेना चाहिए कि अब इस देश में दूसरी निर्भया नहीं होने देंगे। जिथे मुख्यमंत्री दिल्ली ने ਇਹ ਕਿਹਾ कि सिस्टम ਦੇ ਵਿੱਚ ਖਾਮੀਆਂ ਨੇ, ਉੱਥੇ ਹੀ ਆਮ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਖੁਸ਼ੀ ਹੈ ਕਿ ਨਿਰਭਇਆ ਨੂੰ ਇਨਸਾਫ ਮਿਲਿਆ, ਪਰ ਦੇਰ ਨਾਲ ਇਨਸਾਫ ਮਿਲਣਾ ਇਹ ਸਭ ਲਈ ਇੰਨਾ ਸਮਾਂ ਪਾਉਣਾ बहुत गलत है। हमने जब से न्यूज़ सुनी है ना, तो हमें बहुत खुशी हो रही है कि उन गुनाहगारों को फांसी मिल गई है। मैं अज इस डिसीजन तो बहुत खुश हुई हाँ कि साडे इंडिया च चाहे फर्स्ट स्टैप ही होया, लेकिन ये नाल असीं अपराध नूं खत्म नहीं करना, अपराधियों नूं खत्म करना है कि हर लड़की मतलब कि होएगी कि उन्होंने पता लगेगा कि इंडिया च हुण साडे लई भी सब कुछ किया जा रहा है, अवेयर हो जाएगी वो। अज 7 साल बाद देर आए, मैं समझदी हां देर आए दुरुस्त आए, लेकिन साडी न्यायिक प्रणाली ने ये जड़ा इतिहासिक फैसला किया है, इस फैसले का मैं स्वागत करदी हां और धन्यवाद करदी हां अपनी न्यायिक प्रणाली का, जिन्हां ने एक आस की नवीं किरण जिहड़ी है महिलावां दे विच जगाई है। होया चंगा होया, आई थिंक हुणे होर थोड़ी छेती होना चाहिए सी, काफ़ी लेट हो गया, बट जो है हुण चंगा है। ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਨਿਰਭਇਆ ਕੇਸ ਦੇ ਵਿੱਚ ਜੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੈ ਤੇ ਉਸ ਮਾਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਨਨੇ 7 ਸਾਲ ਤੱਕ ਆਪਣੀ ਬੇਟੀ ਲਈ ਲੜਾਈ ਲੜੀ ਤੇ ਉਹਨੂੰ ਇਨਸਾਫ ਮਿਲਿਆ ਹੈ। इस मामले ते की कहना है स्वाति मालीवाल ते कैबिनेट मंत्री हरसिमरत कौर बादल दा, वो भी जान लेते हैं। आज इस देश के लिए बहुत ही ज़्यादा ऐतिहासिक दिन है। निर्भया को आज फाइनली जाकर 7.5 साल बाद भी सही, लेकिन कम से कम अब तो जाके न्याय मिला, अब जाकर उसकी रूह को शांति मिलेगी। पूरे देश के जितने रेपिस्ट हैं आज उनको एक बहुत कड़ा संदेश दिया गया है कि ठीक है 7.5 साल लगे, लेकिन अगर रेप करोगे तो ये सिस्टम बख्शेगा नहीं, फांसी की सज़ा तो होगी ही होगी। और ये मैसेज जाना मेरे हिसाब से बहुत ज़रूरी था। निर्भया के माँ बाप के संघर्ष को मैं सलाम करती हूँ। अंत तक वो लड़ते रहे और कोशिश करते रहे, और उसी कोशिश का नतीजा आज ये है कि निर्भया के कातिलों को फाइनली फांसी की सज़ा दे दी गई है। सरकारों से फिर मेरा सवाल है, और केंद्र सरकार से मैं सीधे सवाल पूछना चाहती हूँ, और कितनी निर्भयाएं मरेंगी तब जाकर इस देश का सिस्टम सुधारा जाएगा? क्यों नहीं हर हाल में, हर केस में सख्त से सख्त सज़ा हो, एक समय सीमा में सज़ा हो। 6 महीने के अंदर अंदर जो लोग जघन्य रेप जैसे अपराध करते हैं उन्हें फांसी की सज़ा हो। मैं समझती हूँ औरतों को ज़रूर कहीं ना कहीं ये सुकून मिला होगा कि इतना शरेआम अपराध करके भी हमारी अदालतों ने आज इनको जो सज़ा दी है वो कहीं ना कहीं ये सज़ा इनको बहुत पहले मिलनी थी। और वो जो ये सब अपराध करके जो 75% लोग बेपरवाह होकर घूमते हैं कि कानून के उनके तक हाथ पहुंच नहीं पाएंगे, आज उनको भी सोचने में मजबूर होना पड़ेगा कि कानून के हाथ पहुंचते हैं। और उम्मीद करती हूँ कि यह कानून के हाथ ऐसे केसों में 7-7 साल नहीं, लेकिन कुछ ही महीनों में ये इंसाफ ऐसे का मिलने लग जाए तो औरतों के हाथ में बहुत बड़ा सुधार आएगा। दोषियों ਨੂੰ फांसी मिलन ਦਾ जिथे उन्हां दे परिवारां ਨੂੰ बेहद दुख है, ਉੱਥੇ ਹੀ ਉਹਨਾਂ ਦੁਆਰਾ ਕੀਤੀ ਗਈ ਦਰਿੰਦਗੀ ਨੂੰ ਵੇਖ ਕੇ ਜਾਂ ਸੁਣ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਸਕੂਨ ਜ਼ਰੂਰ ਮਿਲਿਆ ਕਿ ਇਸ ਸਮਾਜ ਦੇ ਵਿੱਚ ਰਹਿਣ ਵਾਲੇ ਅਜਿਹੇ ਹੋਰ ਵੈਸ਼ੀ ਦਰਿੰਦੇ ਲੋਕ ਅਜਿਹੇ ਕੁਕਰਮ ਕਰਨ ਲੱਗੇ ਇੱਕ ਵਾਰ ਜ਼ਰੂਰ ਸੋਚਣਗੇ। ਨਿਊਜ਼ ਡੈਸਕ ਤੋਂ ਨਵਦੀਪ ਧਾਲੀਵਾਲ ਦੀ ਰਿਪੋਰਟ। ਇਸ ਰਿਪੋਰਟ ਦੇ ਜ਼ਰੀਏ ਤੁਸੀਂ ਜਾਣਿਆ ਕਿ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ।
ਦੋਸ਼ੀ ਜ਼ਿਆਦਾ ਸਮਾਂ ਆਪਣੇ ਆਪ ਨੂੰ ਬਚਾ ਕੇ ਨਹੀਂ ਰੱਖ ਸਕਦਾ, ਪਰ ਫਿਰ ਵੀ ਲੋੜ ਹੈ ਮਾਪਿਆਂ ਨੂੰ ਸਮੇਂ ਰਹਿੰਦਿਆਂ ਹੀ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋਣ ਦੀ, ਅਜਿਹੀ ਤਾਲੀਮ ਦੇਣ ਦੀ ਤਾਂ ਕਿ ਉਹ ਸਮਾਜ ਦੇ ਵਿੱਚ ਕਿਸੇ ਨੂੰ ਵੀ ਅਜਿਹਾ ਨੁਕਸਾਨ ਨਾ ਪਹੁੰਚਾ ਸਕਣ ਜਿਸ ਕਾਰਨ ਉਹਨਾਂ ਨੂੰ ਫਾਂਸੀ ਦੇ ਫੰਦੇ ਤੇ ਲਟਕਣਾ ਪਵੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।